हेलो व्यूअर्स, वेलकम टू माय नेक्स्ट वीडियो। आज की वीडियो रहेगी राइम एक लिटरेरी टर्म है। जो भी स्टूडेंट्स इंग्लिश लिटरेचर पढ़ रहे हैं, चाहे ऑनर्स ਦੇ ਵਿੱਚ है चाहे मास्टर्स कर रहे हैं, सेम ही जो लिटरेरी टर्म है सब ਲਈ एप्लीकेबल है। देख सकते हो वीडियो। Rhyme is a poetic device that involves a repetition of similar sounds at the end of words. The rhyme की है repetition of similar sound रिपीट हो रही है बच्चे। ਅਸੀਂ ਇੱਥੇ वर्ड्स नहीं देखने, साउंड ਤੇ फोकस करना है। जिस तरह कैच, हैट, एट, फॉलो, hollow, rough, tough। द साउंड इंग्लिश साउंड्स रिपीट हो रही हैं जो कि यूनिवर्सली एप्लीकेबल है, लाइक कैट, एट, हैट, एट। एक ही है बच्चे इंग्लिश फोनेटिक साउंड्स है, ठीक है। तो ਜਿਹੜੀ बिल्कुल सेम रिपीट हो रही है उन्होंने सिंबल्स है ये। द वर्ड राइम कम्स फ्रॉम द वर्ड राइम और राइम इन मिडल इंग्लिश विच मीन्स रिदम और मीटर। तो राइम वर्ड आया कितों है बच्चे? मिडल इंग्लिश के राइम वर्ड तो जिसका मतलब सी रिदम या मीटर। The rhyme add music to the poem and creates a sense of harmony and rhythm। तो rhyme की कर दी है, म्यूजिक ऐड कर दी है पोएम नू म्यूजिकल बनाती है, तो पोएम दे विच एक सुरता लैके आती है, तो रिदम लैके आती है। By connecting words through sound, rhyme can reinforce themes, create memorable line and evoke emotions। तो कनैक्टिंग वर्ड्स थ्रू साउंड ਦੇ ਥਰੂ ਵਰਡਸ ਨੂੰ ਕਨੈਕਟ ਕਰਦੇ ਹੋਏ ਜੋ ਰਾਈਮ ਹੈ ਸਾਡੇ ਅੰਦਰ ਕੀ ਉਹਦੇ ਫਾਇਦੇ ਹੈ, ਕੀ ਕਰਦੀ ਹੈ ਰਾਈਮ? ਰੀਇਨਫੋਰਸ ਥੀਮ ਨੂੰ ਹੋਰ ਸਟਰੋਂਗਲੀ ਪ੍ਰੈਜ਼ੈਂਟ ਕਰਦੀ ਹੈ। ਮੈਮੋਰੇਬਲ ਲਾਈਨਸ ਨੂੰ ਸਾਡੇ ਮਾਈਂਡ ਦੇ ਵਿੱਚ ਲਾਈਨਸ ਦੀ ਜਿਹੜੀ ਹੈਗੀ ਹੈ ਉਹਨੂੰ ਐਜ਼ ਅ ਮੈਮਰੀ ਫਿਕਸ ਕਰਦੀ ਹੈ, ਅਤੇ ਸਾਡੀਆਂ ਇਮੋਸ਼ਨਸ ਨੂੰ ਹੈ ਜਿਹੜੀਆਂ ਬਹੁਤ ਜ਼ਿਆਦਾ ਉਜਾਗਰ ਕਰਦੀ ਹੈ, ਇਵੋਕ ਕਰਦੀ ਹੈ। ਇਟ ਮੇਕਸ ਦ ਪੋਇਟਰੀ ਇੰਜੋਏਬਲ। ਹੋਰ ਰਾਈਮ ਦਾ ਮੇਨ ਕੀ ਫੰਕਸ਼ਨ ਹੈ ਕਿ ਪੋਇਟਰੀ ਨੂੰ ਬਹੁਤ ਇੰਜੋਏਬਲ ਬਣਾਉਂਦੀ ਹੈ। ਦੈਨ ਜਿਸ ਤਰ੍ਹਾਂ ਅਸੀਂ ਪੋਇਟਰੀ ਪੜ੍ਹਦੇ ਹਾਂ, ਸਾਊਂਡਸ ਜੇ ਸੇਮ ਨਿਕਲਦੀਆਂ, ਰਿਦਮ ਬਣ ਰਹੀ ਹੈ, ਤਾਂ ਉਹ ਲਾਈਨ ਸਾਡੇ ਮਾਈਂਡ ਦੇ ਵਿੱਚ ਆਟੋਮੈਟਿਕਲੀ ਫਿਟ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਜੀਤ ਥਾਇਲ ਦੀ ਪੋਇਮ ਫੂਲ ਐਂਡ ਫਲੀ ਬਹੁਤ ਬਿਊਟੀਫੁਲੀ ਇਸਨੇ ਪ੍ਰੈਜ਼ੈਂਟ ਕੀਤਾ ਹੈ। ਫੂਲ ਵਿਲ ਸਿੰਗ, ਫਲੀ ਵਿਲ ਸਕ, ਫੂਲ ਵਿਲ ਵਰਕ, ਫਲੀ ਵਿਲ ਪਲਕ, बोथ विल लर्न। तो हम देखो केड़े वर्ड्स जो राइमिंग वर्ड्स है, सक, प्लक, वर्क, लर्न। तो ये जो वर्ड्स है रिदम बना रहे हैं, राइम बना रहे हैं, म्यूजिक दे रहे हैं पोएम को। इस करके असी कह सकते हैं रेपिटेशन ऑफ सिमिलर साउंड्स है राइम in 2 or more words। It makes a poetry musical and enjoyable। There are different type of rhymes: perfect rhyme, imperfect rhyme, slant rhyme, I rhyme and rhyme। ਤਾਂ 2 ਨੰਬਰ ਦਾ ਕੁਐਸਚਨ ਜੇ ਆਂਦਾ ਹੈ, ਸ਼ੋਰਟ ਨੋਟ ਤੁਹਾਨੂੰ ਕਿਸੇ ਨੂੰ ਆਂਦਾ ਤਾਂ ਬੱਚੇ 2 ਮਾਰਕਸ ਲਈ ਸਿਰਫ मीनिंग देना है, ਤੇ ਇੱਕ ਕੋਈ ਵੀ ਐਗਜ਼ਾਮਪਲ ਤੁਸੀਂ ਲਿਖ ਦੇਣੀ ਹੈ, ਮੋਰ ਦੈਨ ਸਫੀਸ਼ੀਐਂਟ ਹੈ। ਲੌਂਗ ਲਈ ਆਂਦਾ ਹੈ ਤਾਂ ਟਾਈਪਸ ਆਫ ਰਾਈਮ ਕਿਹੜੀਆਂ? ਸਭ ਤੋਂ ਪਹਿਲਾਂ ਹੈ ਪਰਫੈਕਟ ਰਾਈਮ, ਜਿਸ ਨੂੰ ਅਸੀਂ ਫੁੱਲ ਰਾਈਮ ਵੀ ਕਹਿ ਸਕਦੇ ਹਾਂ ਜਾਂ ਟਰੂ ਰਾਈਮ ਵੀ ਕਹਿ ਸਕਦੇ ਹਾਂ। ਇਹਦੇ ਵਿੱਚ ਐਗਜ਼ੈਕਟ ਐਸੋਨੈਂਸ ਹੈ, ਮਤਲਬ ਵਾਊਲ ਸਾਊਂਡ ਐਗਜ਼ੈਕਟਲੀ ਸੇਮ ਪ੍ਰੋਨਾਊਂਸ ਕੀਤੇ ਜਾ ਰਹੇ, ਸੇਮ ਸਾਊਂਡ ਨਿਕਾਲ ਰਿਹਾ। ਜਿਵੇਂ ਹੀ ਫੈਲ ਅਸਲੀਪ ਅੰਡਰ ਦ ਚੈਰੀ ਟਰੀ, ਅਸਲੀਪ, ਚੈਰੀ ट्री, मतलब जिस ਅਸੀਂ ਹਿੰਦੀ ਪੰਜਾਬੀ 'ਚ ਕਹਿ ਦਈਏ ਬਿਹਾਰੀ, ਠੀਕ ਹੈ। ਇਹ ਇੰਗਲਿਸ਼ ਦੇ ਫੋਨੈਟਿਕ ਜੋ ਸਿੰਬਲਸ ਹੈ ਉਹਦੇ ਅਕੋਰਡਿੰਗ ਦੱਸ ਰਹੀ ਹਾਂ, ਇਹ ਸਾਊਂਡ ਰਿਪੀਟ ਹੋ ਰਹੀ ਹੈ। ਸਲੈਂਟ ਰਾਈਮ ਜਿਹਨੂੰ ਕਿ ਅਸੀਂ ਕਹਿ ਸਕਦੇ ਹਾਂ ਇੰਪਰਫੈਕਟ ਹਾਫ ਰਾਈਮ, ਜਿਹਦੇ ਵਿੱਚ ਕਿ ਐਗਜ਼ੈਕਟ ਜੋ ਸਾਊਂਡ ਰਿਪੀਟ ਨਹੀਂ ਹੁੰਦੀ, ਥੋੜ੍ਹਾ ਬਹੁਤ ਸਾਊਂਡ ਦਾ ਡਿਫਰੈਂਸ ਹੁੰਦਾ ਹੈ। ਜਿਵੇਂ ਕਿ ਗਰੀਵ, ਬਿਲੀਵ, ਇੱਥੇ ਛੋਟੀ ਸਾਊਂਡ ਆ ਰਹੀ ਹੈ, ਇੱਥੇ ਵੱਡੀ ਸਾਊਂਡ ਆ ਰਹੀ ਹੈ। ਦੈਨ ਆਈ ਰਾਈਮ, ਦਿਸ ਰਾਈਮ ਫਾਰਮ ਫੀਚਰਸ 2 words that appear similar when read। ਜਦੋਂ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਸ਼ਬਦਾਂ ਨੂੰ ਪੜ੍ਹਦੇ ਹਾਂ ਤਾਂ ਇੱਕੋ ਜਿਹੇ ਲੱਗਦੇ ਆ, ਬਟ ਉਹਨਾਂ ਦੀ ਪ੍ਰੋਨਾਂਸੀਏਸ਼ਨ ਬਿਲਕੁਲ ਵੀ ਸੇਮ ਨਹੀਂ ਹੁੰਦੀ। ਬਟ ਡੂ ਨਾਟ ਐਕਚੁਅਲੀ ਰਾਈਮ ਵਾਈਲ ਪ੍ਰੋਨਾਊਂਸਡ ਦ ਸੇਮ। ਜਿਸ ਤਰ੍ਹਾਂ ਕਿ ਮੂਡ, ਹੁੱਡ, ਦੇਖਣ ਦੇ ਵਿੱਚ ਇਹਨਾਂ ਦਾ ਇਹ ਸੇਮ ਹੀ ਪ੍ਰੋਨਾਂਸੀਏਸ਼ਨ ਹੋਏਗੀ, ਸੇਮ ਹੀ ਸਪੈਲਿੰਗ ਹੈ, ਬਟ ਇਹਨਾਂ ਦੀ ਪ੍ਰੋਨਾਂਸੀਏਸ਼ਨ ਦੇ ਵਿੱਚ ਬਹੁਤ ਡਿਫਰੈਂਸ ਹੈ। ਮੈਸਕੂਲਿਨ ਰਾਈਮ ਦੇ ਅੰਡਰ ਦਿਸ ਰਾਈਮ ਟੇਕਸ ਪਲੇਸ ਬਿਟਵੀਨ ਦ ਫਾਈਨਲ ਸਟ੍ਰੈਸ ਲੇਬਲ ਆਫ 2 ਲਾਈਨਸ। ਜੋ 2 ਲਾਈਨਾਂ ਦੇ ਵਿਚਕਾਰ ਜੋ ਫਾਈਨਲ
ਲਾਸਟ ਵਾਲੀ ਜੋ ਸਟ੍ਰੈਸਡ ਸਿਲੇਬਲ ਹੈ ਜਿਹਨਾਂ ਤੇ ਐਮਫੈਸਿਸ ਆ ਰਿਹਾ ਹੈ ਉਹਨਾਂ ਨੂੰ ਮੈਸਕੂਲਨ ਰਾਈਮ ਕਹਿੰਦੇ ਹੈ ਤੇ ਫੈਮਿਨਿਨ ਰਾਈਮ ਜਿਸ ਦੇ ਵਿੱਚ ਰਾਈਮਿੰਗ ਫਾਰਮ ਕੰਸਿਸਟ ਆਫ ਸਟ੍ਰੈਸ ਸਿਲੇਬਲ ਫੋਲੋਡ ਬਾਈ ਐਨ ਅਨਸਟ੍ਰੈਸ ਲੇਬਲ, ਜਿਸ ਦੇ ਵਿੱਚ ਅਨਸਟ੍ਰੈਸ ਲੇਬਲ ਆਏਗਾ ਫਿਰ ਉਸ ਤੋਂ ਬਾਅਦ ਕੀ ਆਏਗਾ ਸਟ੍ਰੈਸ ਲੇਬਲ। ਦੈਨ ਸਟ੍ਰੈਸ ਲੇਬਲ ਕੀ ਹੈ? ਉਹ ਸੀ ਲੇਬਲ ਜਿਸ 'ਤੇ ਅਸੀਂ ਥੋੜ੍ਹਾ ਸਟ੍ਰੈਸ ਦਿੰਦੇ ਹਾਂ, ਐਮਫਾਸਿਸ ਦਿੰਦੇ ਹਾਂ, ਥੋੜ੍ਹਾ ਜ਼ੋਰ ਦੇ ਕੇ ਕਹਿੰਦੇ ਹਾਂ, ਪਰ ਅਨਸਟ੍ਰੈਸ ਜਿਹਨਾਂ ਦੇ ਅਸੀਂ ਜੋ ਸਟ੍ਰੈਸ ਨਹੀਂ ਪਾਉਂਦੇ ਅਤੇ ਐਮਫਾਸਿਸ ਨਹੀਂ ਦਿੰਦੇ, ਜ਼ੋਰ ਦੇ ਕੇ ਨਹੀਂ ਕਹਿੰਦੇ। ਐਂਡ ਰਾਈਮਸ, these are the rhymes that occur between the final words or two consecutive lines or non-consecutive lines in a stanza, ਜਿਵੇਂ ਕਿ tiger tiger burning bright in the forest of the night, the bright night, clear। ਤਾਂ ਇਹ ਜੋ ਲਗਾਤਾਰ ਆਉਣ ਵਾਲੇ ਜਿਹੜੇ ਵਰਡਸ ਹੈ ਲਾਈਨਸ ਦੇ ਵਿੱਚ ਲਾਸਟ ਵਰਡਸ ਹੈ ਉਹਨਾਂ ਦੀ ਸੇਮ ਜੋ ਸਾਊਂਡ ਹੈ ਤਾਂ ਉਹ ਰਾਈਮ ਜੋ ਹੈ ਬਣਾ ਰਹੀ ਹੈ। ਤਾਂ ਇਹ ਸੀ ਬੇਟਾ ਮੀਨਿੰਗ, ਰਾਈਮ ਕੀ ਹੈ, ਮੀਨਿੰਗ ਕੀ ਹੈ, ਡੈਫੀਨੇਸ਼ਨ ਕੀ ਹੈ ਤੇ ਐਗਜ਼ਾਮਪਲਸ ਕੀ ਹੈ ਤੇ ਟਾਈਪਸ ਕੀ ਹੈ। ਉਮੀਦ ਕਰਦੀ ਹਾਂ ਵੀਡੀਓ ਸਮਝ ਆਈ। ਪਲੀਜ਼ ਲਾਈਕ, share and comment. If you have liked the video, please subscribe the channel if you have not subscribed yet, so that you can get further videos. Thank you. God bless you.